कहता पंजाब एक खुशहाल सूबा है। मैं उठ के खड़ी हो गई, मैं कहा मोदी साहब साडे पिंडां च आके देखो किवें 70 वसे पे आ। इन्ना ही कहण दिता जी, उदों बाਅਦ ਤਾਂ ਮੈਨੂੰ मतलब उन्होंने हाँ जी बोल पे ते वो मोदी साहब ने मतलब ऐ उंगल करी भी वो लेडीज़ ते उत्थे मतलब मैनू दस्सिया एक पुलिस वाला मुंडा होर खड़ा सी, वो जान पछाण वाला सी, उन्हें मैनू दस्सिया कहंदा कहंदे आ भी वो लेडीज़ दे दौरा पै गया। मोदी साहब दे नेड़े पहुंच गए तुसी हो? हाँ जी। किवें पहुंचे हो? ਅਸੀਂ मतलब मोदी ਦਾ ਘਰੋ ਕਰਨ ਵਾਸਤੇ ਗਏ ਸੀ ਬਠਿੰਡਾ। ਬਠਿੰਡੇ ਦੇ ਵਿੱਚ ਮਤਲਬ ਉੱਥੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡੀ ਅਗਵਾਈ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਮੰਗਰ CID ਲੱਗੀ ਹੋਈ ਆ ਵੀ ਉਹ ਫੜੇ ਜਾਣਗੇ। ਤੁਸੀਂ ਐਂ ਆਮ ਜਿਵੇਂ ਹੁਣੋ ਇਸੇ ਭੇਸ 'ਚ ਸੀਗੇ ਜਾਂ ਤੁਸੀਂ ਕੋਈ ਬਦਲਿਆ ਆਪਣੇ ਆਪ ਨੂੰ? ਨਹੀਂ, ਮੈਂ ਨੀਲੀ ਚੁੰਨੀ ਲੈ ਲਈ ਜੀ, ਉਹ ਜਿਹੜੀਆਂ ਉਹ ਨੀਲੀ ਚੁੰਨੀ ਵੱਡੀ ਬੁੱਕਲ ਮਾਰ ਕੇ ਲੈਂਦੀਆਂ ਹੁੰਦੀਆਂ ਨੇ ਨਾ, ਉਹ ਨੀਲੀ ਚੁੰਨੀ ਲੈ ਲਈ। ਇਹ ਸ਼ੋਅ ਕੀਤਾ ਵੀ ਤੁਸੀਂ ਅਕਾਲੀ ਦਲ ਦੇ? ਅਕਾਲੀ ਦਲ ਦੇ। ਗਾਂ ਮੂਰੇ ਕਿਵੇਂ ਪਹੁੰਚੇ? ਮੂਰੇ ਜਦੋਂ ਮਤਲਬ ਜਾਣ ਲੱਗੇ ਵੀਰ ਨੂੰ ਤਾਂ ਪੁਲਿਸ ਵਾਲਿਆਂ ਨੇ ਰੋਕ ਲਿਆ, ਕਹਿੰਦੇ ਵੀ ਭੈਣ ਜੀ, ਤੇ ਮੈਂ ਕਿਹਾ ਵੀਰੇ ਵੀ ਮੈਂ ਤਾਂ ਬਰਨਾਲੇ ਤੋਂ ਆਈ ਹਾਂ, ਵੀ ਮੈਂ ਤਾਂ ਮੋਦੀ ਸਾਹਿਬ ਦਾ ਲੈਕਚਰ ਸੁਣਨਾ ਪਹਿਲੀ ਵਾਰ ਆਪਣੇ ਪੰਜਾਬ 'ਚ ਆ ਰਹੇ ਆ। ਤੇ ਉਹ ਥਾਣੇਦਾਰ ਕਹਿੰਦਾ ਵੀ ਤੂੰ ਤਾਂ ਇੱਥੇ ਹੀ ਰੁਕ ਜਾ ਵੀਰ ਨੂੰ ਕਹਿੰਦੇ, ਪਰ SSP ਨੇ ਸਿਰ ਤੇ ਦੋਨੇ ਹੱਥ ਇਸ ਤਰ੍ਹਾਂ ਰੱਖ ਲਏ ਜੀ। ਅੱਛਾ, ਤੇ ਉਹ ਪਛਾਣ ਲਿਆ ਤੁਹਾਨੂੰ? ਹਾਂ, ਮੈਨੂੰ ਪਛਾਣ ਲਿਆ ਜੀ। ਤੇ ਉਹ ਕਹਿੰਦੇ ਉਹ ਕੁੜੀਆਂ ਆ ਕੇ ਕਹਿੰਦੀਆਂ ਵੀ ਸਰ ਕੀ ਹੋ ਗਿਆ, ਕਹਿੰਦੇ ਜਿਹੜੀ ਆਹ ਲੇਡੀਜ਼ ਆਈ ਆ ਇਹਨੂੰ ਕੌਣ ਲੈ ਕੇ ਆਇਆ ਸਾਰਿਆਂ ਤੋਂ ਅੱਗੇ। ਤੇ ਉਹ ਕਹਿੰਦੀ ਵੀ ਪਤਾ ਨਹੀਂ ਕਿਹਦੇ ਨਾਲ ਆਈ ਆ, ਕਹਿੰਦੇ ਇਹ ਰੌਲਾ ਪਾਊਗੀ। ਉਹ ਕਹਿੰਦੀ ਵੀ ਫਿਰ ਫੜ ਲੈਂਦੇ ਆ, ਕਹਿੰਦੀ ਫਿਰ ਵੱਧ ਰੌਲਾ ਪੈ ਜਾਊਗਾ ਜੇ ਵੀ ਮੋਦੀ ਸਾਹਿਬ ਨੂੰ ਬੋਲ ਲੈਣ ਦਿਓ, ਵੀ ਕੀ ਪਤਾ ਚੁੱਪ ਕਰ ਜੇ, ਇਹਦੇ ਆਲੇ ਦਾਲੇ ਹੋ ਜਾਓ। 2 ਅੱਗੇ ਹੋ ਗਈਆਂ ਜੀ, 2 ਪਿੱਛੇ ਹੋ ਗਈਆਂ, 2 ਇੱਧਰ 8 ਜਣੀਆਂ ਖੜ ਗਈਆਂ ਉਹ। ਤੇ ਮੇਰੇ ਮਨ ਦੇ ਵਿੱਚ ਸੀਗਾ, ਮੈਨੂੰ ਕਿਸੇ ਨੇ ਰਸਤੇ ਦੇ ਵਿੱਚ ਦੱਸਿਆ, ਕਹਿੰਦੇ ਵੀ ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ ਕਹਿੰਦਾ ਵੀ ਮੈਂ 35 ਮਿੰਟ ਬੋਲੂੰਗਾ, ਵੀ ਨਾ 34 ਰੱਖਾਂ ਨਾ 36 ਕਰਾਂ। ਤੇ ਜਾਣੀ ਮਨ ਦੇ ਵਿੱਚ ਆਇਆ ਵੀ ਇਸ ਬੰਦੇ ਨੂੰ ਮੈਂ 23 ਮਿੰਟਾਂ ਤੇ 23-24 ਮਿੰਟਾਂ ਤੇ ਵੀ ਵਿਚਾਲੇ ਹਟਾਉਣਾ ਹੀ ਹਟਾਉਣਾ। ਪੁਲਿਸ ਵਾਲੀਆਂ ਨੇ ਮਤਲਬ 16 ਜਾਣੀਆਂ ਮੈਨੂੰ ਇਸ ਲੋਟਾਂ ਫੜ ਲਿਆ। ਹਾਂਜੀ, ਤੇ ਉਹ ਇੱਕ ਹਾਥੀ ਟੈਂਪੂ ਜਿਹਾ ਲਿਆਂਦਾ ਵੀ ਉਹਦੇ 'ਚ ਮੈਨੂੰ ਸੱਟ ਲਿਆ, ਸੰਗਤ ਮੰਡੀ ਥਾਣੇ 'ਚ ਲੈ ਗਈ। ਉਹ ਮਤਲਬ SSP ਨੂੰ ਲੱਗੇ ਵੀ ਇਹ ਮਰ ਜੂਗੀ, ਨਾਲੇ ਤਾਂ ਕਰੀ ਜਾਵੇ ਵਿਚਾਰੀ ਨਾਲ ਆਪਣੀ ਦੁਸ਼ਮਣੀ ਨਹੀਂ ਹੈਗੀ ਵੀ ਇਹਦਾ ਮੂੰਹ ਨਾ ਬੰਦ ਕਰੋ। ਜਦੋਂ ਮੂੰਹ ਬੰਦ ਕਰ ਲੈਣ ਤੇ ਮਤਲਬ ਫੇਰ ਉਹ ਛੱਡ ਦੇਣ, ਮੈਂ ਫੇਰ ਕਹਿਦਾ ਮੋਦੀ ਸਰਕਾਰ ਮੁਰਦਾਬਾਦ। ਥਾਣੇ ਦੇ ਵਿੱਚ ਜਿਹੜਾ ਥਾਣੇਦਾਰ ਸੀਗਾ ਉਹ ਭਾਜਪਾ ਦਾ ਚੇਲਾ ਸੀਗਾ ਜੀ। ਉਹ ਆਇਆ ਮਚਦਮ ਤੋਂ ਮਚਾਉਂਦਾ, ਕਹਿੰਦਾ ਉਹ ਲੇਡੀਜ਼ ਕਿੱਥੇ ਆ? SSP ਕਹਿੰਦਾ ਉਹਦੀ ਫੋਟੋ ਭੇਜੋ। ਮੈਂ ਕਿਹਾ ਵੀ ਆਈ ਲਾ ਲਾ। ਕਹਿੰਦਾ ਹਾੜੇ ਹੱਥ ਬੰਨ ਕੇ ਭੈਣ ਬਣ ਕੇ ਕਹਿੰਦਾ ਚੁੰਨੀ ਲੈ ਲਾ, ਮੈਂ ਤੇਰੀ ਫੋਟੋ ਲਾ ਕੇ ਵੀ ਉੱਥੇ ਭੇਜਣੀ ਆ। ਮੈਂ ਕਿਹਾ SSP ਕੋਲੇ ਰੋਪੜ ਵਾਲੀ ਫੋਟੋ ਹੈਗੀ ਆ, ਮੈਂ ਬਾਦਲ ਘੇਰਿਆ ਸੀ। ਮੈਂ ਕਿਹਾ ਵੀਰੇ ਤੂੰ ਕਰ ਚੁੱਪ, ਮੇਰੀ ਗੱਲ ਸੁਣ ਲੈ। ਮੈਨੂੰ ਮੈਂ ਕਿਹਾ 57 ਵਾਸਤੇ ਉੱਥੇ ਲੈ ਕੇ ਆਉਂਦੇ ਆ। ਮੈਂ ਕਿਹਾ ਬੱਸ ਸਟੈਂਡ ਘੇਰ ਲਓ ਸਾਰੇ। ਕਹਿੰਦਾ ਕਿਹਨੂੰ ਫੋਨ ਕਰਿਆ? ਮੈਂ ਕਿਹਾ ਮੈਂ ਤਾਂ ਆਪਦੇ ਭਰਾ ਨੂੰ ਫੋਨ ਕਰਿਆ। ਤੇ ਮੁੜ ਕੇ ਉਦੋਂ ਨੂੰ ਮੇਰੀ ਜਥੇਬੰਦੀ ਨੇ ਬੱਸ ਸਟੈਂਡ ਘੇਰ ਲਿਆ ਜੀ। ਉਧਰੋਂ ਮਤਲਬ ਬਾਦਲ ਉਹ ਦੋਨੇ ਕਹਿਣ ਵੀ ਇਹ ਲੇਡੀਜ਼ ਨੂੰ ਜੇਲ੍ਹ ਭੇਜਣਾ, ਇਹਦੀ ਸੁਰਤ ਟਿਕਾਣੇ ਆਵੇ, ਵੀ ਪਹਿਲਾਂ ਸਾਨੂੰ ਰੋਪੜ ਹੈਰਾਨ ਕਰਿਆ ਇਹਨੇ, ਵੀ ਹੁਣ ਇੱਥੇ ਜਮਾ ਸਾਡੀ ਪ੍ਰਧਾਨ ਮੰਤਰੀ ਦੇ ਮੂਹਰੇ ਪੱਟੀ ਮੇਸ ਕਰਤੀ। ਜਦੋਂ ਮੈਂ ਆ ਗਈ, ਜਦੋਂ ਮੈਂ ਫਤਿਹ ਬੁਲਾਈ, ਕਹਿੰਦੇ ਵੀ ਉਹ ਤਾਂ ਉੱਥੇ ਉਹ ਮੂਵੀ ਆ ਗਈ, ਵੀ ਉਹ ਤਾਂ ਇੰਨੇ ਤਸੱਦਦ ਕੀਤਾ ਤੇਰੇ ਤੇ, ਵੀ ਤੂੰ ਤਾਂ ਚੰਗੀ ਭਲੀ ਆ। ਮੈਂ ਕਿਹਾ ਮੈਂ ਤਾਂ ਚੰਗੀ ਭਲੀ ਆ, ਕੁਛ ਨਹੀਂ ਹੋਇਆ। ਪਰ ਦੂਜੇ ਦਿਨ ਭਾਈ ਆ ਸੁੱਜ ਗਏ। ਪ੍ਰਧਾਨ ਮੰਤਰੀ ਮੋਦੀ 2016 ਚ ਜਦੋਂ ਪੰਜਾਬ ਆਏ ਤਾਂ ਇੱਕ ਕੱਲੀ ਔਰਤ ਨੇ ਉਹਨਾਂ ਦਾ ਵਿਰੋਧ ਕੀਤਾ ਔਰ ਉਸ ਤੋਂ ਬਾਅਦ ਵਿਰੋਧ ਐਸਾ ਹੋਇਆ ਕਿ ਉਸ ਦੀ ਚਰਚਾ ਹਰ ਪਾਸੇ ਹੋ ਗਈ। ਕੱਲੀ ਮੋਦੀ ਤੱਕ ਕਿਵੇਂ ਪਹੁੰਚੀ, ਕਿਵੇਂ ਉੱਥੋਂ ਤੱਕ ਜਾ ਕੇ ਆਪਣਾ ਵਿਰੋਧ ਕੀਤਾ, ਇਹ ਸਾਰੀ ਕਹਾਣੀ ਬੜੀ ਇੰਟਰਸਟਿੰਗ ਹੈ। ਔਰ ਵਿਰੋਧ ਕਿਉਂ ਕੀਤਾ ਇਹ ਵੀ ਜਾਣਦੇ ਹਾਂ। ਬਲਜੀਤ ਕੌਰ ਸੇਖਾਂ ਸਾਡੇ ਨਾਲ ਨੇ, ਬਰਨਾਲੇ ਜ਼ਿਲ੍ਹੇ ਦੇ ਨੇ ਇਹ, ਔਰ ਇਹਨਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਤੁਸੀਂ ਵਿਰੋਧ ਕਿਉਂ ਕੀਤਾ ਜੀ? ਉਦੋਂ ਵਿਰੋਧ ਕੀਤਾ ਜੀ, ਜਿਹੜੀ ਨਾ ਮਤਲਬ ਪਰਲ ਕੰਪਨੀ ਆ ਬਹੁਤ ਵੱਡਾ ਘਟਾਲਾ,
ਤੇ ਇਹ ਮਤਲਬ ਜਿਹੜੇ ਸਰਕਾਰਾਂ ਨੇ ਇਹੀ ਮਤਲਬ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਜਨਮ ਇਹੀ ਦਿੰਦੀਆਂ ਨੇ ਤੇ ਬਾਅਦ ਚ ਮਤਲਬ ਜਦੋਂ ਉਹ ਹੋ ਜਾਂਦਾ ਹੈ, ਜਦੋਂ ਵੱਡੇ ਲੋਕ ਠੱਗੇ ਜਾਂਦੇ ਆ, ਜਿਹੜੇ ਏਜੰਟ ਲੋਕ ਨੇ ਉਹ ਵੀ ਮਤਲਬ ਇਹ ਸਬਜ਼ ਬਾਗ ਦਿਖਾ ਕੇ ਏਜੰਟ ਬਣਾ ਲੈਂਦੇ ਆ ਪਿੰਡਾਂ ਦੇ ਵਿੱਚੋਂ। ਏਜੰਟ ਲੋਕ ਤਾਂ ਆਪਣਿਆਂ ਨੂੰ ਹੀ ਠੱਗਦੇ ਆ, ਲੋਕ ਤਾਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਆਪ ਹੀ ਉਹਨਾਂ ਦੇ ਹੀ ਰਿਸ਼ਤੇਦਾਰ ਉਹੀ ਠੱਗੇ ਜਾਂਦੇ ਆ ਜੀ। ਬਾਅਦ ਦੇ ਵਿੱਚ ਇਹ ਕੰਪਨੀਆਂ ਮਤਲਬ ਫਰਾਡ ਕਰ ਜਾਂਦੀਆਂ ਨੇ। ਤੁਸੀਂ ਕਿਵੇਂ, ਇੱਕ ਬੜੀ ਕਹਾਣੀ ਇੰਟਰਸਟਿੰਗ ਹੈ ਕਿ ਉਸ ਮੋਦੀ ਸਾਹਿਬ ਦੇ ਨੇੜੇ ਪਹੁੰਚ ਕੇ ਤੁਸੀਂ ਉਦੋਂ ਹਾਂਜੀ ਕਿਵੇਂ ਪਹੁੰਚੇ ਉਦੋਂ? ਅਸੀਂ ਜੀ ਉਸ ਟਾਈਮ ਮਤਲਬ ਇਨਸਾਫ ਦੀ ਆਵਾਜ਼ ਇੱਕ ਜਥੇਬੰਦੀ ਬਣਾ ਕੇ, ਮੈਂ ਪੰਜਾਬ ਦੀ ਆਗੂ ਸੀ ਉਸ ਟਾਈਮ ਲੇਡੀਜ਼ ਵਿੰਗ ਦੀ ਇਨਸਾਫ ਦੀ ਆਵਾਜ਼ ਦੀ, ਤੇ ਅਸੀਂ ਮਤਲਬ ਮੋਦੀ ਦਾ ਘਰੋ ਕਰਨ ਵਾਸਤੇ ਗਏ ਸੀ ਬਠਿੰਡੇ ਦੇ ਵਿੱਚ। ਮਤਲਬ ਉੱਥੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡੀ ਅਗਵਾਈ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਮਗਰ CID ਲੱਗੀ ਹੋਈ ਆ ਵੀ ਉਹ ਫੜੇ ਜਾਣਗੇ। ਤੇ ਮਤਲਬ ਜਿਹੜੇ ਪ੍ਰਧਾਨ ਸਾਹਿਬ ਸੀਗੇ ਉਹ ਮੈਨੂੰ ਕਹਿੰਦੇ ਵੀ ਭੈਣੇ ਵੀ ਤੂੰ ਮਤਲਬ ਹਾਜੀ ਰਤਨ ਗੁਰਦੁਆਰਾ ਸਾਹਿਬ ਚਲੀ ਜਾ, ਵੀ ਉੱਥੇ ਆਪਣੀ ਸੰਗਤ ਬੈਠੀ ਹੋਈ ਆ, ਵੀ ਅਸੀਂ ਬਾਅਦ ਚ ਵੀ ਆਪਣੇ ਮਗਰ CID ਲੱਗੀ ਹੋਈ ਆ। ਮੈਂ ਕਿਹਾ ਦੇਖੀ ਜਾਊ ਵੀ ਆਪਾਂ ਚੱਲਦੇ ਆਂ। ਫਿਰ ਉਹਨਾਂ ਨੇ ਮਤਲਬ ਜਦੋਂ ਮੈਂ ਦੱਸਿਆ ਵੀ ਆਪਣਾ 500 ਬੰਦਾ ਹਾਜੀ ਰਤਨ ਗੁਰਦੁਆਰਾ ਸਾਹਿਬ ਆ ਵੀ ਆਪਣੀ ਉਡੀਕ ਕਰ ਰਿਹਾ, ਮੈਂ ਪਹੁੰਚ ਚੁੱਕੀ ਹਾਂ। ਮੈਂ ਕਿਹਾ ਉਹਨਾਂ ਦੇ ਵੀ ਜਿੰਨਾ ਚਿਰ ਅਗਵਾਈ ਕਰਨ ਵਾਲੇ ਲੋਕ ਨੇ ਆਉਣ ਉਹਨਾਂ ਚਿਰ ਆਮ ਵਰਕਰ ਹੁੰਦੇ ਆ ਜਿਹੜੇ, ਉਹਨਾਂ ਦਾ ਹੌਸਲਾ ਨਹੀਂ ਵੱਧਦਾ। ਵੀਰ ਕਹਿੰਦਾ ਠੀਕ ਆ ਜੇ ਤੂੰ ਪਹੁੰਚ ਗਈ, ਕਹਿੰਦਾ ਐਂ ਕਰ ਬਈ 20 ਦਾ ਜਥਾ ਕਰਕੇ ਵੀ ਇਹ ਰੈਲੀ 'ਚ ਪਹੁੰਚਣ, ਵੀ ਅੱਡੋ ਅੱਡੀ 20 ਦਾ ਸਾਰੇ ਜ਼ਿਲ੍ਹਿਆਂ 'ਚੋਂ ਆਏ ਹੋਏ ਸੀ ਪੂਰੇ ਪੰਜਾਬ 'ਚੋਂ, ਤੇ ਅੱਡੋ ਅੱਡੀ ਮੈਂ 20 ਜਥਾ ਕਰਕੇ ਮਤਲਬ ਉਹ ਸਾਰੇ ਤੋਰ ਦਿੱਤੇ। ਤੋਰ ਕੇ ਮੈਂ ਮਤਲਬ ਪਾਣੀ ਪੀਣ ਚਲੀ ਗਈ। ਪਾਣੀ ਪੀਂਦੀ ਜਦੋਂ ਮੈਂ ਆਈ ਉਹ ਛੋਟੀ ਜਿਹੀ ਗਲੀ ਸੀ, ਉਹਦੇ ਵਿੱਚ ਦੀ 20 ਕਰ ਲੰਘੇ। ਜਦੋਂ ਮੈਂ ਗੇਟ ਦੇ ਵਿੱਚ ਆਈ ਜੀ ਹਾਜੀ ਰਤਨ ਗੁਰਦੁਆਰਾ ਸਾਹਿਬ ਦੇ, ਮੈਨੂੰ ਕੋਈ ਨਾ ਦਿਸਿਆ। ਮੈਂ ਕਿਹਾ ਵੀ ਹੁਣ ਮੈਂ ਕਿਵੇਂ ਜਾਵਾਂ ਰੈਲੀ ਦੇ ਵਿੱਚ। ਉਦੋਂ ਬਾਅਦ ਸਾਡੇ ਸਟੇਟ ਦੇ ਕੈਸ਼ੀਅਰ ਸੀਗੇ ਦਰਸ਼ਨ ਸਿੰਘ ਜੀ ਗਿਆਨੀ, ਉਹ ਗੱਡੀ ਲਈ ਖੜੇ ਹੋਏ ਸੀ। ਤੇ ਮੈਂ ਕਿਹਾ, ਮੈਂ ਭੱਜ ਕੇ ਕਿਹਾ, ਮੈਂ ਕਿਹਾ ਵੀਰੇ ਮੈਂ ਤਾਂ ਇਕੱਲੀ ਰਹਿ ਗਈ, ਵੀ ਮੈਂ ਤਾਂ ਤੋਰਦੀ ਰਹਿ ਗਈ, ਵੀ ਜਾਣਾ ਤਾਂ ਮੈਂ ਸੀ ਸਾਰਿਆਂ ਤੋਂ ਮੂਹਰੇ। ਉਹ ਕਹਿੰਦਾ ਭੈਣੇ ਤੂੰ ਗੱਡੀ 'ਚ ਬੈਠ, ਮੈਂ ਤੈਨੂੰ ਵੀ ਮੈਨੂੰ ਛੱਡ ਕੇ ਗਏ ਆ, ਵੈਸੇ ਵੀ ਤੂੰ ਗੱਡੀ ਬਾਹਰ ਰੱਖੀ, 1-2 ਜਾਣੇ ਬਾਹਰ ਰੱਖਣੇ ਹੁੰਦੇ ਆ, ਜਥੇਬੰਦੀ ਦਾ ਉਹ ਹੁੰਦਾ ਵੀ ਜੇ ਸਾਰੇ ਫੜੇ ਗਏ ਫਿਰ ਉਹਨਾਂ ਨੂੰ ਛਡਾਊਗਾ ਕੌਣ, ਤੇ ਪਿੱਛੇ ਵੀ ਉਹ ਰੱਖਣਾ ਹੁੰਦਾ। ਕਹਿੰਦਾ ਚੱਲ ਤੈਨੂੰ ਕਰੀਏ। ਅਸੀਂ ਗੱਡੀ ਹੱਕੀ, ਪੁਲ ਤੱਕ ਗਏ, ਪੁਲ ਤੱਕ ਉਦੋਂ ਨੂੰ ਲੋਕ ਨੇੜੇ ਚਲੇ ਗਏ ਰੈਲੀ ਦੇ, ਤੇ ਪਰ ਸਾਨੂੰ ਕੁਛ ਨਾ ਦਿਸਿਆ। ਪੁਲ ਦੇ ਉੱਪਰ ਗੱਡੀ ਚਾੜ ਲਈ। ਕਹਿੰਦਾ ਵੀ ਭੈਣੇ ਹੁਣ ਕੀ ਕਰੀਏ, ਆਪਾਂ ਨੂੰ ਵੀ ਰੈਲੀ ਵਾਲਾ 500 ਲੋਕ ਦਿਸਦੇ ਨਹੀਂ। ਮੈਂ ਕਿਹਾ ਵੀਰੇ ਹੁਣ ਤੂੰ ਗੱਡੀ ਰੈਲੀ ਚਲਾ ਦੇ। ਉਹਨਾਂ ਨੂੰ ਮਤਲਬ ਉਹਨਾਂ ਦੇ ਦਾੜਾ ਸੀਗਾ, ਅੰਬਰਧਾਰੀ ਸੀਗੇ, ਉਹਨਾਂ ਨੇ ਮਤਲਬ ਪੁਲਿਸ ਵਾਲਿਆਂ ਨੂੰ ਇਹੀ ਲੱਗੀ ਗਿਆ ਵੀ ਕੋਈ ਜਥੇਦਾਰ ਨਹੀਂ, ਬਾਦਲ ਦਲ ਦੀ ਕੋਈ ਜਥੇਦਾਰ ਨਹੀਂ, ਤੇ ਜਥੇਦਾਰ ਨੇ ਉਹ ਨੰਗਾਈ ਗਏ। ਤੇ ਪਾਰਕਿੰਗ ਦੇ ਤੁਸੀਂ ਐਂ ਆਮ ਜਿਵੇਂ ਹੁਣ ਇਸੇ ਭੇਸ 'ਚ ਸੀਗੇ ਜਾਂ ਤੁਸੀਂ ਕੋਈ ਬਦਲਿਆ ਆਪਦੇ ਆਪ ਨੂੰ? ਨਹੀਂ, ਮੈਂ ਨੀਲੀ ਚੁੰਨੀ ਲੈ ਲਈ ਜੀ, ਉਹ ਜਿਹੜੀਆਂ ਉਹ ਨੀਲੀ ਚੁੰਨੀ ਵੱਡੀ ਬੁੱਕਲ ਮਾਰ ਕੇ ਲੈਂਦੀਆਂ ਹੁੰਦੀਆਂ ਨੇ ਨਾ, ਉਹ ਨੀਲੀ ਚੁੰਨੀ ਲੈ ਲਈ। ਗੱਡੀ ਦੇ ਵਿੱਚ ਹੀ ਪਿਆ ਸੀ ਪਟਕਾ ਵੀਰ ਦਾ। ਮੈਂ ਕਿਹਾ ਨੀਲੀ ਚੁੰਨੀ ਹੈਗੀ ਆ ਵੀ ਹੁਣ ਰੈਲੀ ਦੇ ਵਿੱਚ ਜਾਣਾ ਹੀ ਜਾਣਾ। ਮੈਂ ਕਿਹਾ ਵੀ ਆਪਾਂ ਸਾਥੀਆਂ ਤੋਂ ਤਾਂ ਵਿਛੜ ਗਏ, ਤੇ ਪਾਰਕਿੰਗ 'ਚ ਗੱਡੀ ਲਵਾਤੀ ਜੀ ਪੁਲਿਸ ਵਾਲੇ। ਇਹ ਸ਼ੋਅ ਕੀਤਾ ਵੀ ਤੁਸੀਂ ਅਕਾਲੀ ਦਲ ਦੇ ਹੋ? ਅਕਾਲੀ ਦਲ ਦੇ। ਅੱਛਾ। ਵੈਸੇ ਤਾਂ ਨੇੜੇ ਨਹੀਂ ਫਟਕਣ ਦਿੰਦੇ ਸੰਘਰਸ਼ੀ ਲੋਕਾਂ ਨੂੰ ਇਹ ਲੋਕ, ਮਤਲਬ ਦੇ ਕਿੰਨੀ ਪੁਲਿਸ ਖੜੀ ਆ ਹੁਣ ਵੀ, ਮਤਲਬ ਤੇ ਸਾਡੇ ਤੇ ਵੀ ਇੱਥੇ ਕਿੰਨੀ ਨੇੜੇ ਗਾਂ ਮੂਰੇ ਕਿਵੇਂ ਪਹੁੰਚੇ? ਮੂਰੇ ਜਦੋਂ ਮਤਲਬ ਜਾਣ ਲੱਗੇ ਵੀਰ ਨੂੰ ਤਾਂ ਪੁਲਿਸ ਵਾਲਿਆਂ ਨੇ ਰੋਕ ਲਿਆ। ਕਹਿੰਦੇ ਵੀ ਭੈਣ ਜੀ, ਤੇ ਮੈਂ ਕਿਹਾ ਵੀਰੇ ਵੀ ਮੈਂ ਤਾਂ ਬਰਨਾਲੇ ਤੋਂ ਆਈ ਹਾਂ, ਵੀ ਮੈਂ ਤਾਂ ਮੋਦੀ ਸਾਹਿਬ ਦਾ ਲੈਕਚਰ ਸੁਣਨਾ ਪਹਿਲੀ ਵਾਰ ਆਪਣੇ ਪੰਜਾਬ 'ਚ ਆ ਰਹੇ ਆ। ਤੇ ਉਹ ਥਾਣੇਦਾਰ ਕਹਿੰਦਾ ਵੀ ਤੂੰ ਤਾਂ ਇੱਥੇ ਹੀ ਰੁਕ ਜਾ ਵੀਰ ਨੂੰ, ਕਹਿੰਦੇ ਵੀ ਭੈਣ ਨੂੰ ਮੈਂ ਲੈ ਜਾਣਾ। ਉਹ ਮੈਂ ਮਤਲਬ ਉੱਪਰ ਤਾਂ ਨਾ ਤਾਂ ਕਿ ਪੁਲਿਸ ਵਾਲੇ ਬਹੁਤ ਦੇਖਦੇ ਸੀ। ਇੱਕ ਵਾਰ ਢੀਂਸੇ ਦੇ ਉੱਤੇ ਚੂੜੀਆਂ ਸਿੱਟੀਆਂ ਸੀ। ਕਿੰਨਾ ਮਤਲਬ ਕਿੱਥੇ ਵੀ ਜਿੱਥੇ ਵੀ ਸੰਘਰਸ਼ ਹੁੰਦਾ ਸਾਡਾ ਆਂਗਨਵਾੜੀ ਦਾ, ਉੱਥੇ ਹੀ ਮੈਂ ਹੁੰਨੀ ਆ ਜੀ। ਤੇ ਉਦੋਂ ਬਾਅਦ ਮਤਲਬ ਉਹ ਨੇੜੇ ਲੈ ਗਏ ਜਦੋਂ, ਮੈਨੂੰ ਕਹਿੰਦੇ ਵੀ ਆਹ ਕੁਰਸੀ ਤੇ ਬਹਿ ਜਾ ਭੈਣੇ। ਉਧਰ SSP ਖੜਾ ਹੋਇਆ ਸੀ, ਸਾਲਾ ਆਪ ਲੈ ਗਿਆ ਤੁਹਾਨੂੰ? ਪੁਲਿਸ ਵਾਲਾ ਥਾਣੇਦਾਰ ਆਪ ਅੱਗੇ ਲੈ ਗਿਆ ਬਿਲਕੁਲ। ਸਭ ਤੋਂ ਮੂਰੇ ਜਿੱਥੇ ਪ੍ਰੈਸ ਹੁੰਦੀ ਹੈ, ਪੱਤਰਕਾਰ ਹਾਂਜੀ, ਜਿੱਥੇ ਪੱਤਰਕਾਰ ਹੁੰਦੇ ਆ, ਪ੍ਰੈਸ ਹੁੰਦੇ ਆ, ਇਹਨਾਂ ਦੀਆਂ ਜਥੇਦਾਰਨੀਆਂ ਬੈਠੀਆਂ ਹੁੰਦੀਆਂ, ਉੱਥੇ ਇੱਕ ਕੁਰਸੀ ਖਾਲੀ ਪਈ ਸੀ ਅਕਾਲੀ ਦਲ ਦੀਆਂ। ਹਾਂਜੀ, ਉਹ ਜਥੇਦਾਰਨੀਆਂ 'ਚ ਬਾਤਾ ਜਾ ਕੇ ਵਿੱਚ ਬਿਠਾਤਾ ਜੀ। ਤੇ ਮਤਲਬ ਉਹ ਕੁਰਸੀ ਤੋਂ ਮੈਨੂੰ ਸਾਹਮਣੇ ਦਿਸ ਨਹੀਂ ਸੀ ਰਿਹਾ, ਮੋਦੀ ਸਾਹਿਬ ਦਿਸ ਨਹੀਂ ਸੀ ਰਹੇ। ਮੈਂ ਇੱਕ ਕੁਰਸੀ ਹੋਰ ਅਗਲੀ ਉਸ 'ਚ ਖਾਲੀ ਪਈ ਸੀ, ਮੈਂ ਉਹਨੂੰ ਕਿਹਾ ਮੈਂ ਉੱਥੇ ਬਹਿ ਜਾ, ਵੀ ਮੋਦੀ ਸਾਹਿਬ ਕਹਿੰਦੇ ਹਾਂ ਉੱਥੇ ਬਹਿ ਜਾ। ਪਰ SSP ਨੇ ਸਿਰ ਤੇ ਦੋਨੇ ਹੱਥ ਇਸ ਤਰ੍ਹਾਂ ਰੱਖ ਲਏ ਜੀ। ਤੇ ਉਹ ਪਛਾਣ ਲਿਆ ਤੁਹਾਨੂੰ? ਹਾਂ, ਮੈਨੂੰ ਪਛਾਣ ਲਿਆ ਜੀ, ਕਿਉਂਕਿ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਰੋਪੜ ਦੇ ਵਿੱਚ ਇਹਨਾਂ ਨੇ ਪਰਲ ਕਬੱਡੀ ਕੱਪ ਸ਼ੁਰੂ ਕਰਿਆ ਸੀ, ਬਾਦਲ ਘੇਰਿਆ ਸੀਗਾ, ਤੇ ਉੱਥੇ ਉਦਘਾਟਨ ਕਰਨ ਆਇਆ ਵਾ। ਤੇ ਉਹ ਕਹਿੰਦੇ, ਉਹ ਕੁੜੀਆਂ ਆ ਕੇ ਕਹਿੰਦੀਆਂ ਵੀ ਸਰ ਕੀ ਹੋ ਗਿਆ, ਕਹਿੰਦੇ ਜਿਹੜੀ ਆਹ ਲੇਡੀਜ਼ ਆਈ ਆ ਇਹਨੂੰ ਕੌਣ ਲੈ ਕੇ ਆਇਆ ਸਾਰਿਆਂ ਤੋਂ ਅੱਗੇ। ਤੇ ਉਹ ਕਹਿੰਦੀ ਵੀ ਪਤਾ ਨਹੀਂ ਕਿਹਦੇ ਨਾਲ ਆਈ ਆ, ਕਹਿੰਦੇ ਇਹ ਰੌਲਾ ਪਾਊਗੀ।
ਉਹ ਕਹਿੰਦੀ ਵੀ ਫਿਰ ਫੜ ਲੈਂਦੇ ਆ, ਕਹਿੰਦੀ ਫਿਰ ਵੱਧ ਰੌਲਾ ਪੈ ਜਾਊਗਾ ਜੇ ਵੀ ਮੋਦੀ ਸਾਹਿਬ ਨੂੰ ਬੋਲ ਲੈਣ ਦਿਓ, ਵੀ ਕੀ ਪਤਾ ਚੁੱਪ ਕਰ ਜੇ, ਇਹਦੇ ਆਲੇ ਦਾਲੇ ਹੋ ਜਾਓ। 2 ਅੱਗੇ ਹੋ ਗਈਆਂ ਜੀ, 2 ਪਿੱਛੇ ਹੋ ਗਈਆਂ, 2 ਇੱਧਰ 8 ਜਣੀਆਂ ਖੜ ਗਈਆਂ ਉਹ। ਹਾਂ ਆਂਟੀ ਤੁਸੀਂ ਕਿੱਥੋਂ ਆਏ ਹੋ? ਮੈਂ ਕਿਹਾ ਵੀ ਮੈਂ ਤਾਂ ਬਰਨਾਲੇ ਤੋਂ ਆਈ ਹਾਂ। ਕਹਿੰਦੇ ਕੀ ਕਰਨ ਆਈ ਆ? ਮੈਂ ਕਿਹਾ ਮੋਦੀ ਸਾਹਿਬ ਦਾ ਲੈਕਚਰ ਸੁਣਨਾ ਆਈ ਆ। ਕਹਿੰਦੇ ਵੀ ਸਰ ਕਹਿੰਦੇ ਆ ਵੀ ਲੈਕਚਰ ਨਹੀਂ ਸੁਣਨਾ ਆਈ। ਮੈਂ ਕਿਹਾ ਉਹ ਤਾਂ ਟਾਈਮ ਦੱਸੂ। ਉਧਰੋਂ ਮਤਲਬ ਏਪੀ ਸਾਂਝਾ ਵਾਲੇ ਸੀਗੇ ਜਿਹੜੇ, ਉਹ ਮੁੰਡੇ ਮੈਨੂੰ ਜਾਣਦੇ ਸੀ। ਉਹਨਾਂ ਨੇ ਮੈਨੂੰ ਜਦੋਂ ਦੇਖਿਆ ਉਹ ਫਟਾਫਟ 2 ਜਣੇ ਆ ਸਾਹਮਣੇ ਆ ਕੇ ਮਤਲਬ ਅੱਖਾਂ ਨਾਲ ਇਸ਼ਾਰਾ ਕਰਿਆ। ਮੈਂ ਉਹਨਾਂ ਨੂੰ ਦੱਸਤਾ ਵੀ ਬੋਲਣ ਦਿਓ, ਕੋਈ ਗੱਲ ਨਹੀਂ। ਤੇ ਮੇਰੇ ਮਨ ਦੇ ਵਿੱਚ ਸੀਗਾ, ਮੈਨੂੰ ਕਿਸੇ ਨੇ ਰਸਤੇ ਦੇ ਵਿੱਚ ਦੱਸਿਆ, ਕਹਿੰਦੇ ਵੀ ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ ਕਹਿੰਦਾ ਵੀ ਮੈਂ 35 ਮਿੰਟ ਬੋਲੂੰਗਾ, ਵੀ ਨਾ 34 ਰੱਖਾਂ ਨਾ 36 ਕਰਾਂ। ਤੇ ਜਾਣੀ ਮਨ ਦੇ ਵਿੱਚ ਆਇਆ ਵੀ ਇਸ ਬੰਦੇ ਨੂੰ ਮੈਂ 23 ਮਿੰਟਾਂ ਤੇ 23-24 ਮਿੰਟਾਂ ਤੇ ਵੀ ਵਿਚਾਲੇ ਹਟਾਉਣਾ ਹੀ ਹਟਾਉਣਾ। ਵੀ ਲੋਕ ਬਾਦਲਾਂ ਨੇ ਵੀ ਲੁੱਟ ਕੇ ਖਾਦੇ ਹੋਏ ਆ, ਛੋਟੇ ਵੱਡਿਆਂ ਨੇ, ਤੇ ਇਹਨਾਂ ਕੋਲੇ ਮਤਲਬ ਇਹ ਚੀਜ਼ ਕਰੀ ਹੋਈ ਆ ਵੀ ਸਾਡਾ ਪੰਜਾਬ ਤਾਂ ਬਹੁਤ ਖੁਸ਼ਹਾਲ ਆ। ਉਹਨੇ ਉਹੀ ਗੱਲ ਜੀ ਪਹਿਲਾਂ ਆਪਦੇ ਮਤਲਬ ਮੰਤਰੀਆਂ ਸੰਤਰੀਆਂ ਦੇ 3-4 ਦੇ ਨਾਂ ਲੈ ਕੇ 10 ਮਿੰਟ ਉਹ ਤੇ ਲਾਉਂਦਾ ਹੁੰਦਾ ਸੀ, ਹਿੰਦੀ ਬੋਲਦਾ ਹੁੰਦਾ ਸੀ। ਹਿੰਦੀ ਮੈਨੂੰ ਵਾਲੀ ਬੋਲਣੀ ਨਹੀਂ ਆਉਂਦੀ, ਤੇ ਉਹਨਾਂ ਨੇ ਬੋਲ ਕੇ ਕਹਿੰਦਾ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ। ਮੈਂ ਉੱਠ ਕੇ ਖੜੀ ਹੋ ਗਈ। ਮੈਂ ਕਿਹਾ ਮੋਦੀ ਸਾਹਿਬ ਸਾਡੇ ਪਿੰਡਾਂ 'ਚ ਆ ਕੇ ਦੇਖੋ ਕਿਵੇਂ 70 ਵਸੇ ਪਏ ਆ। ਉਸ ਟਾਈਮ ਬਠਿੰਡਾ 'ਚ ਚਿੱਟ ਫੰਡ ਚਿੱਟੇ ਨੇ ਆਪਣਾ ਨਰਮਾ ਖਾ ਲਿਆ ਸੀ, ਤੇ ਚਿੱਟ ਫੰਡ ਕੰਪਨੀਆਂ ਦਾ ਮਤਲਬ ਹਾਂ ਚਿੱਟੀ ਮੱਖੀ ਨੇ। ਮੈਂ ਕਿਹਾ ਵੀ ਉਧਰ ਨਰਮੇ ਵਾਲੀ ਵੈਲਟ ਆ, ਉਹ ਉੱਥੇ ਖਾ ਲਿਆ, ਚਿੱਟ ਫੰਡ ਕੰਪਨੀਆਂ ਨੇ ਲੋਕ ਲੁੱਟ ਕੇ ਖਾ ਲਏ। ਇੰਨਾ ਹੀ ਕਹਿਣ ਦਿੱਤਾ ਜੀ। ਉਦੋਂ ਬਾਅਦ ਤਾਂ ਮੈਨੂੰ ਮਤਲਬ ਉਹਨਾਂ ਨੇ ਹਾਂਜੀ ਬੋਲ ਪਏ, ਤੇ ਉਹ ਮੋਦੀ ਸਾਹਿਬ ਨੇ ਐਂ ਉਂਗਲ ਕਰੀ ਵੀ ਉਹ ਲੇਡੀਜ਼। ਤੇ ਉੱਥੇ ਮਤਲਬ ਮੈਨੂੰ ਦੱਸਿਆ ਇੱਕ ਪੁਲਿਸ ਵਾਲਾ ਮੁੰਡਾ ਹੋਰ ਖੜਾ ਸੀ, ਉਹ ਜਾਣ ਪਛਾਣ ਵਾਲਾ ਸੀ। ਉਹਨੇ ਮੈਨੂੰ ਦੱਸਿਆ, ਕਹਿੰਦੇ ਆ ਵੀ ਉਹ ਲੇਡੀਜ਼ ਦੇ ਦੌਰਾ ਪੈ ਗਿਆ, ਬਾਦਲ ਕਹਿੰਦਾ। ਪਰ ਉਹ ਕਹਿੰਦਾ ਨਹੀਂ ਵੀ ਉਹ ਰੌਲਾ ਪਾ ਰਹੀ ਆ, ਉਹਨੇ ਆਪਦਾ ਪਟਕਾ ਲਾ ਕੇ ਸਿੱਟਿਆ। ਤੇ ਉਧਰ ਮੈਨੂੰ ਤਾਂ ਮਤਲਬ ਆਹ ਚੀਜ਼ ਜੀ ਆ ਨਾੜਾਂ ਮਲੀਆਂ ਹੋਈਆਂ ਮੇਰੀਆਂ ਉਦੋਂ ਦੀਆਂ। ਡਾਕਟਰ ਕਹਿੰਦਾ ਵੀ ਇਹ ਠੀਕ ਨਹੀਂ ਹੋ ਰਹੀਆਂ, ਠੀਕ ਨਹੀਂ ਹੋਣੀਆਂ। ਇਹ ਪੁਲਿਸ ਵਾਲੀਆਂ ਨੇ ਮਤਲਬ 16 ਜਾਣੀਆਂ ਮੈਨੂੰ ਇਸ ਲੋਟਾਂ ਫੜ ਲਿਆ। ਹਾਂਜੀ, ਤੇ ਉਹ ਇੱਕ ਹਾਥੀ ਟੈਂਪੂ ਜਾ ਲਿਆਂਦਾ ਵੀ ਉਹਦੇ 'ਚ ਮੈਨੂੰ ਸੱਟ ਲਿਆ, ਸੰਗਤ ਮੰਡੀ ਥਾਣੇ 'ਚ ਲੈ ਗਏ ਜੀ। ਨਹੀਂ ਜਦੋਂ ਤੁਹਾਨੂੰ ਉਦੋਂ ਉਹ ਸ਼ਰੇਆਮ ਉਦੋਂ ਐਂ ਚੱਕ ਲਿਆ ਜੀ। ਉਹ ਮਤਲਬ ਐਸਐਸਪੀ ਕਹੇ ਵੀ ਇਹਨੂੰ ਇੱਥੇ ਹੀ ਲੁਕੋ ਲਓ। ਇਹਨਾਂ ਨੂੰ ਮਤਲਬ ਇੱਕ ਟ੍ਰੇਨਿੰਗ ਦਿੱਤੀ ਹੋਈ ਸੀ ਮੋਦੀ ਸਾਹਿਬ ਨੇ ਪਹਿਲੀ ਵਾਰ ਪੰਜਾਬ 'ਚ ਆਉਣਾ, ਵੀ ਇੱਥੇ ਸੰਘਰਸ਼ੀਲ ਲੋਕ ਬਹੁਤ ਨੇ, ਅੰਦੋਲਨਕਾਰੀ, ਵੀ ਜਿਹੜੇ ਅੰਦੋਲਨਕਾਰੀ ਲੋਕ ਨੇ ਇਹਨਾਂ ਦੀਆਂ ਜੇਬਾਂ ਦੇ ਵਿੱਚ ਨਾ ਇੱਕ ਉਹ ਬਣਾਏ ਹੋਏ ਸੀ ਵੱਡੇ ਵੱਡੇ ਉਹ ਪੁਲਿਸ ਵਾਲਿਆਂ ਦੀਆਂ ਜੇਬਾਂ 'ਚ ਸੀ। ਉਹ 'ਤੇ ਲਿਖਿਆ ਹੋਇਆ ਸੀ ਪੰਜਾਬ ਸਰਕਾਰ ਜਿੰਦਾਬਾਦ। ਮਤਲਬ ਉਹ ਛੋਟੀਆਂ ਸੀ ਪੁਲਿਸ ਵਾਲੀਆਂ, ਤਾਂ ਮੈਂ ਉੱਚੀ ਸੀ। ਤੇ ਉਹਨਾਂ ਨੇ ਮਤਲਬ ਮੇਰੇ ਆਲੇ ਦਾਲੇ ਉਹ ਬੈਨਰ ਲਾਏ ਹੋਏ ਆ। ਉਹ ਮੂਵੀ ਆ, ਮੈਂ ਤੁਹਾਨੂੰ ਕਿਤੇ ਭੇਜੂਗੀ, ਬਣੀ ਹੋਈ ਆ ਉਵੇਂ ਜਿਵੇਂ ਇੱਕ ਕੁੜੀ ਤੇ ਫੁਲਕਾਰੀ ਲਈ ਵੀ ਸੀ ਪੁਲਿਸ ਵਾਲੀ, ਤੇ ਉਹ ਫੁਲਕਾਰੀ ਮੇਰੇ ਮੂੰਹ ਤੇ ਪਾ ਲਈ। ਹਾਂ ਮੈਂ ਉਹ ਲਾ ਕੇ ਸਿੱਟਤੀ। ਉਹ ਮਤਲਬ ਐਸਐਸਪੀ ਨੂੰ ਲੱਗੇ ਵੀ ਇਹ ਮਰ ਜੂਗੀ, ਨਾਲੇ ਤਾਂ ਕਰੀ ਜਾਵੇ ਵਿਚਾਰੀ ਨਾਲ ਆਪਣੀ ਦੁਸ਼ਮਣੀ ਨਹੀਂ ਹੈਗੀ, ਵੀ ਇਹਦਾ ਮੂੰਹ ਨਾ ਬੰਦ ਕਰੋ। ਜਦੋਂ ਉਹ ਮੂੰਹ ਬੰਦ ਕਰ ਲੈਣ ਤੇ ਮਤਲਬ ਫੇਰ ਉਹ ਛੱਡ ਦੇਣ, ਮੈਂ ਫੇਰ ਕਹਿਦਾ ਮੋਦੀ ਸਰਕਾਰ ਮੁਰਦਾਬਾਦ। ਤੇ ਉਹਨਾਂ ਨੇ ਹੇਠਾਂ ਬੈਨਰ ਤੇ ਲਿਖਿਆ ਸੀ ਏਬੀਪੀ ਸਾਂਝਾ ਵਾਲਿਆਂ ਨੇ ਵੀ ਮੁਰਦਾਬਾਦ ਦੀ ਆਵਾਜ਼ ਦਵਾਈ ਜਿੰਦਾਬਾਦ ਦੇ ਵੀ ਜਿੰਦਾਬਾਦ ਦੇ ਬੈਨਰਾਂ ਨੇ। ਪਰ ਉਹਨਾਂ ਨੇ ਮਤਲਬ ਪੂਰੀ ਦੀ ਪੂਰੀ ਮੂਵੀ ਬਣਾ ਲਈ ਜੀ। ਮੈਨੂੰ ਹਾਥੀ ਕੈਂਟਰ ਦੇ ਵਿੱਚ ਸਿੱਟ ਕੇ ਸੰਗਤ ਮੰਡੀ ਥਾਣੇ 'ਚ ਲੈ ਗਏ। ਉਹ ਜਿਹੜੇ ਉਹ ਬੈਨਰ ਸੀ ਉਹਨਾਂ ਨਾਲ ਲਪੇਟ ਲਿਆ ਤੁਹਾਨੂੰ? ਹਾਂ ਆਲੇ ਦਾਲੇ ਲਪੇਟ ਲਿਆ ਉਵੇਂ ਜਿਵੇਂ ਉਹ ਮੂਵੀ ਦੇ ਵਿੱਚ ਆਉਂਦੇ ਆ। ਉਹਨਾਂ ਨੇ ਪੂਰੇ ਦਾ ਪੂਰਾ ਸਾਰਾ ਤਿਆਰ ਕਰ ਲਿਆ। ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਕੀ ਕਰਿਆ, ਮੈਨੂੰ ਸੰਗਤ ਮੰਡੀ ਥਾਣੇ 'ਚ ਲੈ ਗਏ। ਥਾਣੇ ਦੇ ਵਿੱਚ ਜਿਹੜਾ ਥਾਣੇਦਾਰ ਸੀਗਾ ਉਹ ਭਾਜਪਾ ਦਾ ਚੇਲਾ ਸੀਗਾ ਜੀ। ਮਤਲਬ ਉਹ ਮੱਚਦਾ ਮਚਾਉਂਦਾ ਆਇਆ, ਕਹਿੰਦਾ ਕਿੱਥੇ ਆ ਉਹ ਲੇਡੀਜ਼। ਤੇ ਮੈਂ ਬੈਠੀ ਹੋਈ ਸੀ, ਮੇਰਾ ਸਿਰ ਖੰਡਿਆਇਆ ਪਿਆ ਸੀ ਪੁਲਿਸ ਵਾਲੀਆਂ ਦਾ, ਮੈਂ ਉਵੇਂ ਹੀ ਬੈਠੀ ਸੀ। ਉਹ ਮੁੰਡੇ ਹੱਸੀ ਗਏ ਪੁਲਿਸ ਵਾਲੇ ਛੋਟੇ ਛੋਟੇ। ਮੈਂ ਕਿਹਾ ਵੀ ਮੇਰਾ ਬੇਟਾ ਵੀ ਅੱਜ ਪੁਲਿਸ 'ਚ ਭਰਤੀ ਹੋਣ ਵਾਸਤੇ ਗਿਆ ਹੈ, ਤੇ ਅੱਜ ਦਾ ਦਿਨ ਹੈ। ਤੇ ਕਹਿੰਦੇ ਵੀ ਤੂੰ ਫਿਰ ਪੰਗੇ ਕਿਉਂ ਲੈਣੀ ਆ? ਉਹ ਕਹਿੰਦੇ ਆਂਟੀ, ਮੈਂ ਕਿਹਾ ਵੀ ਅਸੀਂ ਸੰਘਰਸ਼ੀਲ ਲੋਕ ਆ, ਵੀ ਸਾਨੂੰ ਦੁੱਖ ਹੈ। ਮੈਂ ਤਾਂ ਸਿਰਫ ਮੋਦੀ ਨੂੰ ਦੁੱਖ ਸੁਣਾਉਣ ਗਈ ਸੀ, ਪਰ ਇਹ ਲੋਕ ਮੈਂ ਕਿਹਾ ਕਹਿੰਦੇ ਆ ਵੀ ਬਾਅਦ 'ਚ ਮਿਲਾ ਦਾਂਗੇ, ਵੀ ਅਸੀਂ ਤਾਂ ਹੀ ਮਿਲਦੇ ਹੁੰਦੇ ਆ ਸੰਘਰਸ਼ੀ ਲੋਕ, ਇਹ ਮਿਲਾਉਂਦੇ ਨਹੀਂ। ਤੇ ਉਹ ਆਇਆ ਮੱਚਦਾ ਮਚਾਉਂਦਾ, ਕਹਿੰਦਾ ਉਹ ਲੇਡੀਜ਼ ਕਿੱਥੇ ਆ? ਐਸਐਸਪੀ ਕਹਿੰਦਾ ਉਹਦੀ ਫੋਟੋ ਭੇਜੋ। ਮੈਂ ਕਿਹਾ ਵੀ ਐਂ ਲਾ ਲਾ। ਕਹਿੰਦਾ ਹਾੜੇ ਹਾੜੇ ਹੱਥ ਬੰਨ ਕੇ ਭੈਣ ਬਣ ਕੇ ਕਹਿੰਦਾ ਚੁੰਨੀ ਲੈ ਲਾ, ਮੈਂ ਤੇਰੀ ਫੋਟੋ ਲਾ ਕੇ ਵੀ ਉੱਥੇ ਭੇਜਣੀ ਆ। ਮੈਂ ਕਿਹਾ ਐਸਐਸਪੀ ਕੋਲੇ ਰੋਪੜ ਵਾਲੀ ਫੋਟੋ ਹੈਗੀ ਆ, ਮੈਂ ਬਾਦਲ ਘੇਰਿਆ ਸੀ, ਤੇ ਵੀ ਲੋੜ ਨਹੀਂ। ਹਾੜੇ ਹਾੜੇ ਭੈਣ ਬਣ ਕੇ ਮੈਂ ਚੁੰਨੀ ਲੈ ਲਈ। ਕਹਿੰਦਾ ਇਹਨੂੰ ਬਾਹਰੇ ਲਿਆਓ ਪਰਚਾ ਪਾਈਏ। ਤੇ ਮੈਂ ਕਿਹਾ ਵੀ 302 ਦਾ ਤਾਂ ਨਹੀਂ ਪਾ ਦੇਗਾ, 307 ਹੀ ਕਰੇਗਾ ਚੱਲ। ਕਹਿੰਦਾ ਤੈਨੂੰ ਪਰਚਿਆਂ ਬਾਰੇ ਵੀ ਪਤਾ? ਮੈਂ ਕਿਹਾ ਪਹਿਲਾਂ ਵੀ ਧਾਰਾ ਲੱਗੀਆਂ ਹੋਈਆਂ ਨੇ। ਜਦੋਂ ਮੈਂ ਬਹਿ ਗਈ ਉਹਦੇ ਪਿੱਛੇ ਲਿਖਿਆ ਹੋਇਆ ਸੀ ਵੀ ਜਿਹੜੇ ਕ੍ਰਿਮੀਨਲ ਲੋਕ ਨੇ। ਹੁਣ ਜੇ ਮੈਂ ਕਾਨੂੰਨ ਬਾਰੇ ਕੁਝ ਜਾਣਦੀ ਨਾ ਹੁੰਦੀ ਫਿਰ ਤਾਂ ਮੈਂ ਡਰ ਜਾਂਦੀ। ਮੈਂ ਉਹ ਪੜ੍ਹਿਆ ਵੀ ਕ੍ਰਿਮੀਨਲ ਲੋਕ ਕੋਈ ਰਾਸਤੇ 'ਚੋਂ ਮਿਲਦਾ ਵੀ ਜਿਹਦਾ ਉਹਦਾ ਕੀਮਤੀ ਸਮਾਨ ਹੁੰਦਾ ਉਹਦੇ ਜੇਬ 'ਚ, 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਘਰਦਿਆਂ ਦੇ ਸਪੁਰਦ ਕਰਨਾ ਹੁੰਦਾ ਤੇ ਉਹਨਾਂ ਨੂੰ ਦੱਸਣਾ ਹੁੰਦਾ।
ਤੇ ਕਹਿੰਦਾ ਨਾਮ ਕੀ ਆ ਤੇਰਾ? ਮੈਂ ਕਿਹਾ ਵੀ ਪਹਿਲਾਂ ਸਰ ਉਹ ਪਿੱਛੇ ਕੀ ਲਿਖਿਆ ਤੁਹਾਡੇ? ਕਹਿੰਦਾ ਉਹ ਤਾਂ ਕ੍ਰਿਮੀਨਲ ਲੋਕਾਂ ਵਾਸਤੇ ਆ। ਫਿਰ ਮੈਂ ਕਿਹਾ ਮੈਂ ਤਾਂ ਕੋਈ ਕ੍ਰਿਮੀਨਲ ਕੰਮ ਵੀ ਨਹੀਂ ਕਰਿਆ, ਮੈਂ ਤਾਂ ਆਪਦਾ ਦੁੱਖ ਸੁਣਾਉਣ ਆਈ ਸੀ ਪ੍ਰਧਾਨ ਮੰਤਰੀ ਨੂੰ। ਤੇ ਉਹ ਇਹ ਮਤਲਬ ਇੱਥੇ ਸਿੱਟੀਆਂ ਸੀਗੀਆਂ ਢੀਂਸੇ ਦੇ ਕੋਠੀਆਂ, ਗਰਮੇਲ ਕੌਰ ਸੀਗੀ ਨਾਲ। ਇੱਥੋਂ ਬਦਲ ਕੇ ਮੁੰਡਾ ਇੱਕ ਪੁਲਿਸ ਵਾਲਾ ਗਿਆ ਵਾ ਸੀ, ਉਹ ਆ ਕੇ ਮੈਨੂੰ ਕਹਿੰਦਾ ਨਹੀਂ ਭੈਣੇ ਤੂੰ ਇੱਥੇ ਕੱਲੀ ਕਿਵੇਂ ਫਸ ਗਈ, ਤੇਰੀਆਂ ਸਾਥਣਾਂ ਕਿੱਧਰ ਗਈਆਂ? ਮੈਂ ਕਿਹਾ ਇੱਥੇ ਬਾਈ ਮੈਂ ਕੱਲੀ ਹੋਈ ਆ, ਉਹ ਸਾਥਣਾਂ ਹੋਰ ਪਾਸੇ ਨੇ ਆਂਗਨਵਾੜੀ 'ਚ। ਕਹਿੰਦਾ ਪਹਿਲਾਂ ਵੀ ਜੇਲ੍ਹ ਗਏ ਹੋਏ ਸੀ? ਹਾਂਜੀ ਮੈਂ ਪਹਿਲਾਂ ਵੀ ਜੇਲ੍ਹ ਗਈ ਹੋਈ ਸੀ। ਨਹੀਂ ਉਹ ਤੋਂ ਬਾਅਦ ਗਈਆਂ ਰੋਪੜ ਵੀ ਗਈ ਸੀ ਜੇਲ੍ਹ। ਉਦੋਂ ਬਾਅਦ ਫੇਰ ਮਤਲਬ ਖੁਸ਼ ਹੋ ਕੇ ਦੱਸੀ ਜਾਂਦੇ ਆ ਮੈਂ ਜੇਲ੍ਹ ਗਈ। ਹਾਂਜੀ ਨਹੀਂ ਵੀਰ ਜੀ, ਜੇਲਾਂ ਕੀ ਭੇਡਾਂ ਬੱਕਰੀਆਂ ਵਾਸਤੇ ਬਣਿਆ, ਗਲਤ ਕੰਮ ਕਰਕੇ ਜੇਲ੍ਹ ਨਾ ਜਾਓ, ਬੰਦਿਆਂ ਵਾਸਤੇ। ਕਿਉਂ ਵੀ ਜੇਲ੍ਹ ਗਏ ਤੁਸੀਂ? ਕਿੰਨੀ ਮਾਣ ਦੀ ਗੱਲ ਜਾਂਦੇ ਆਪਦੇ ਹੱਕਾਂ ਦੀ ਖਾਤਰ, ਆਪਦੇ ਹੱਕਾਂ ਦੀ ਖਾਤਰ ਜਿਹੜੇ ਲੋਕ ਜੇਲ੍ਹ ਜਾਂਦੇ ਆ ਨਾ, ਉਹਨਾਂ ਨੂੰ ਕੋਈ ਮਤਲਬ ਉਹਨਾਂ ਨੂੰ ਫਖਰ ਹੋਣਾ ਚਾਹੀਦਾ। ਮੈਂ ਤੁਹਾਨੂੰ ਜੇਲ੍ਹ ਦੀ ਵੀ ਦੱਸੂਗੀ ਸਟੋਰੀ ਵੀ ਕਿੰਨੀ ਮਤਲਬ ਇੰਟਰਸਟ ਆ ਸਟੋਰੀ ਵੀ ਸੰਘਰਸ਼ੀਲ ਲੋਕਾਂ ਦਾ ਕਿਵੇਂ ਆਦਰ ਹੁੰਦਾ ਉੱਥੇ। ਤੇ ਉਹ ਕਹਿੰਦੇ ਮੈਨੂੰ ਕਹਿੰਦਾ, ਮੈਂ ਕਿਹਾ ਵੀ ਆਹ ਲਿਖਿਆ ਵੀ ਉਹ ਨਾ ਆ ਕੇ ਉਹ ਪੁਲਿਸ ਵਾਲੇ ਨੂੰ ਜਾਣੀ ਤਰਸ ਜਾਇਆ। ਕਹਿੰਦਾ ਸਰ ਵਿਚਾਰੀ ਦਾ ਮੋਬਾਈਲ ਵੀ ਖੋਲਿਆ, ਤੁਸੀਂ ਮੋਬਾਈਲ ਦੇ ਦਿਓ। ਤੇ ਕਹਿੰਦਾ ਕਿਹਨੂੰ ਫੋਨ ਕਰਨਾ? ਮੈਂ ਕਿਹਾ ਮੇਰੇ ਵੀਰੇ ਨੂੰ। ਮੈਂ ਮਤਲਬ ਜਥੇਬੰਦੀ ਦਾ ਜਿਹੜਾ ਆਗੂ ਸੀ, ਕਰਨਾ ਤਾਂ ਉਹਨੂੰ ਵੀਰੇ ਨੂੰ ਹੀ ਸੀ। ਮੈਂ ਕਿਹਾ ਮੇਰੇ ਵੀਰੇ ਨੂੰ। ਉਹ ਕਹਿੰਦਾ ਸਰ ਵੀ ਇਹ ਬਠਿੰਡੇ ਪੇਕੇ ਹੋਣਗੇ, ਭਰਾ ਹੋਊਗਾ, ਜਵਾਨਤ ਕਰਾ ਲੂਗਾ, ਵਿਚਾਰੀ ਦੀ ਵੀ ਜੇਲ੍ਹ ਨਹੀਂ ਜਾਊ। ਤੇ ਕਹਿੰਦਾ ਫੜਾਓ ਇਹ ਫੋਨ। ਮੈਂ ਫੋਨ ਫੜਿਆ, ਵੀਰਾ ਕਹਿੰਦਾ ਭੈਣੇ ਰਾਸਤੇ 'ਚ ਮੁੰਡਿਆਂ ਨੇ ਦੇਖਿਆ, ਕੁੜੀਆਂ ਨੇ ਦੇਖਿਆ ਵੀ ਮਾਤਾ ਆਪਣੀ ਹੈ ਨਹੀਂ, ਵੀ ਉਹਨੇ ਪੰਗਾ ਸੇੜਤਾ। ਕਹਿੰਦਾ ਮੈਂ ਤਾਂ ਪੱਥਰ ਜੇ ਤੇ ਬੈਠਾ ਵੀ ਸਾਰੇ ਥਾਣੇ ਦੇਖ ਕੇ ਆਓ। ਮੈਂ ਕਿਹਾ ਵੀਰੇ ਤੂੰ ਕਰ ਚੁੱਪ, ਮੇਰੀ ਗੱਲ ਸੁਣ ਲੈ। ਮੈਨੂੰ ਮੈਂ ਕਿਹਾ 57 ਵਾਸਤੇ ਉੱਥੇ ਲੈ ਕੇ ਆਉਂਦੇ ਆ। ਮੈਂ ਕਿਹਾ ਬੱਸ ਸਟੈਂਡ ਘੇਰ ਲਓ ਸਾਰੇ ਜਿਹੜੇ, ਮੈਂ ਕਿਹਾ ਉੱਥੇ ਨੇਗੇ ਵੀ ਉਹ ਵੀ ਆ ਜਾਓ। ਕਹਿੰਦੇ ਟ੍ਰੇਨਾਂ ਨੂੰ ਗਏ ਜਿਹੜੇ, ਮੈਂ ਕਿਹਾ ਉਹਨਾਂ ਨੂੰ ਵੀ ਫੋਨ ਕਰਦੇ। ਤੇ ਮੈਂ ਕਿਹਾ ਮੈਨੂੰ 57 ਵਾਸਤੇ ਉੱਥੇ ਮਿਲ ਲਓ ਆ ਕੇ। ਕਹਿੰਦਾ ਵੀ ਮੈਨੂੰ ਤਾਂ ਫਿਕਰ ਲੱਗਿਆ, ਉਹਨਾਂ ਨੂੰ ਐ ਹੋ ਗਿਆ ਵੀ ਕੱਲੀ ਭੈਣ ਉੱਥੇ ਰਹਿ ਗਈ ਹੈ ਨਾ, ਡੋਲੂਗੀ। ਮੈਂ ਡੋਲਦੀ ਨਹੀਂ, ਤੁਸੀਂ ਆਉਣੀ ਆ, ਮੈਂ ਤੁਸੀਂ ਆ ਜਾਓ ਉੱਥੇ। ਤੇ ਹਾਏ ਓਏ ਰੱਬਾ, ਕਹਿੰਦਾ ਥਾਣੇਦਾਰ ਕਹਿੰਦਾ ਇਹ ਤਾਂ ਜਥੇਬੰਦੀ ਨੂੰ ਫੋਨ ਹੋ ਗਿਆ। ਅੱਛਾ। ਕਹਿੰਦਾ ਤੜਕੇ ਦੇ ਤਾਂ ਲਕੋਈ ਬੈਠੇ ਸੀ, 12 ਘੰਟੇ ਹੋ ਗਏ ਤੀ। ਕਹਿੰਦਾ ਤੇ ਮੈਂ ਕਿਹਾ ਲੈ ਵੀਰੇ ਮੈਂ ਤਾਂ ਆਪਦੇ ਭਰਾ ਨੂੰ ਫੋਨ ਕਰਿਆ। ਆਪਦਾ ਕੰਮ ਕਰਤਾ ਮੈਂ। ਹਾਂ ਮੈਂ ਤਾਂ ਆਪਦੇ ਭਰਾ ਨੂੰ ਫੋਨ। ਕਹਿੰਦਾ ਕਿਹਨੂੰ ਫੋਨ ਕਰਿਆ? ਮੈਂ ਤਾਂ ਆਪਦੇ ਭਰਾ ਨੂੰ ਫੋਨ ਕਰਿਆ। ਤੇ ਮੁੜ ਕੇ ਉਦੋਂ ਨੂੰ ਮੇਰੀ ਜਥੇਬੰਦੀ ਨੇ ਬੱਸ ਸਟੈਂਡ ਘੇਰ ਲਿਆ ਜੀ। ਤੇ ਮੈਨੂੰ ਉੱਥੇ ਲੈ ਆਏ। ਜਦੋਂ ਮੈਂ ਬੋਲੇ ਸੋਹਣੇਵਾਲ ਦਾ ਜਕਾਰਾ ਬੁਲਾਇਆ, ਵੀਰ ਪਹਿਲਾਂ ਐ ਹੋ ਗਿਆ। ਕਹਿੰਦਾ ਪਹਿਲਾਂ ਮੈਨੂੰ ਐ ਹੋ ਗਿਆ। ਕਹਿੰਦਾ ਭੈਣ ਕੱਲੀ ਵਾਧੂ ਆ, ਉਹ ਤਾਂ ਕਹਿੰਦੇ ਜਵਾਨਤ ਕਰਾ, ਦਸਖਤ ਕਰ। ਮੈਂ ਕਿਹਾ ਮੈਂ ਬਿਨਾਂ ਸ਼ਰਤ ਤੋਂ ਰਿਹਾ ਹੋ ਕੇ ਜਾਊਂ ਇੱਥੋਂ। ਉਧਰੋਂ ਮਤਲਬ ਬਾਦਲ ਦੋਨੇ ਕਹਿਣ ਵੀ ਇਹ ਲੇਡੀ ਨੂੰ ਜੇਲ੍ਹ ਭੇਜਣਾ, ਇਹਦੀ ਸੁਰਤ ਟਿਕਾਣੇ ਆਵੇ। ਵੀ ਪਹਿਲਾਂ ਸਾਨੂੰ ਰੋਪੜ ਹੈਰਾਨ ਕਰਿਆ ਇਹਨੇ, ਵੀ ਹੁਣ ਇੱਥੇ ਜਮਾ ਸਾਡੀ ਪ੍ਰਧਾਨ ਮੰਤਰੀ ਦੇ ਮੂਹਰੇ ਪੱਟੀ ਮੇਸ ਕਰਤੀ। ਤੇ ਵੀ ਇਹਨੂੰ ਜੇਲ੍ਹ ਭੇਜਣਾ। ਤੇ ਉਧਰੋਂ ਸਾਡੇ ਵਾਲਾ ਲਾਣਾ ਕਹੇ ਵੀ ਸਾਡੀ ਭੈਣ ਨੂੰ ਇੱਥੇ ਲਿਆਓ ਸਾਹਮਣੇ, ਬਿਨਾਂ ਸ਼ਰਤ ਤੋਂ ਰਿਹਾ। ਉੱਥੇ ਉਹ ਕਹਿਣ ਭੈਣ ਬਣ ਕੇ ਜਵਾਨਤ ਤੇ ਦਸਖਤ ਕਰਦੀ। ਮੈਂ ਕਿਹਾ ਨਹੀਂ ਕਰਦੀ, ਬਿਨਾਂ ਸ਼ਰਤ ਰਿਹਾ ਹੂੰ। ਤੇ ਫਿਰ ਉਹ ਜਿਹੜੇ ਮਤਲਬ ਤਹਿਸੀਲਦਾਰ ਹੁੰਦੀ ਆ ਉਹ ਆ ਗਈ, ਚੂੜਾ ਪਾਇਆ ਵਾ ਉਹਦੇ, ਨਵੀਂ ਵਿਆਹੀ ਹੋਈ। ਤੇ ਕਹਿੰਦੀ ਬੇਬੇ ਤੈਨੂੰ ਇੱਕ ਗੱਲ ਦੱਸਾਂ, ਤੂੰ ਡਰਦੀ ਨਹੀਂ। ਕਹਿੰਦੀ ਜੇ ਉੱਥੇ ਮਤਲਬ ਤੇਰੇ ਗੋਲੀ ਮਾਰ ਦੇ ਵੀ ਪਾਕਿਸਤਾਨ 'ਚੋਂ ਔਰਤ ਮੋਦੀ ਨੂੰ ਮਾਰਨ ਆ ਗਈ ਸੀ। ਮੈਂ ਕਿਹਾ ਪੁੱਤ ਤੂੰ ਕਾਹਤੋਂ ਮਤਲਬ ਇੰਨਾ ਉਹ ਕਰਦੀਆਂ? ਤੇ ਮੈਂ ਕਿਹਾ ਜਿਹੜੀ ਗੋਲੀ ਮੇਰੀ ਖਾਤਰ ਬਣੀ ਆ ਉਹ ਮੇਰੀ ਵੱਜੂਗੀ। ਕਹਿੰਦਾ ਤੂੰ ਤਾਂ ਨਿੱਡਰ ਆ। ਕਹਿੰਦੀ ਵੀ ਫਿਰ ਕੀ ਕਰੇਂਗੀ? ਮੈਂ ਕਿਹਾ ਬਿਨਾਂ। ਕਹਿੰਦੀ ਬਾਦਲ ਕਹਿੰਦੇ ਆ ਤੈਨੂੰ ਜੇਲ੍ਹ ਭੇਜਣਾ। ਤੇ ਕਹਿੰਦੀ ਤੂੰ ਕਹਿੰਦੀ ਆ ਬਿਨਾਂ ਸ਼ਰਤ। ਮੈਂ ਕਿਹਾ ਮੈਂ ਇੱਥੋਂ ਬਿਨਾਂ ਸ਼ਰਤ ਰਿਹਾ ਹੋ ਕੇ ਜਾਊਂਗੀ, ਅੱਜ ਹੀ ਜਾਊਂਗੀ ਘਰੇ। ਮੈਂ ਕਿਹਾ ਤੇ ਉਹਦਾ ਮਤਲਬ ਉਹਨਾਂ ਨੂੰ ਪਰਚਾ ਜਿਹੜਾ ਕਰਿਆ ਸੀ ਉਹ ਪਾੜਨਾ ਪਿਆ ਉੱਥੇ। ਮਤਲਬ ਉੱਥੇ ਲਿਆਂਦਾ, ਬੱਸ ਸਟੈਂਡ ਲਿਆਂਦਾ। ਆਰਡਰ ਕੀ ਹੋਏ? ਆਰਡਰ ਕੁਛ ਵੀ ਨਹੀਂ, ਪਾੜਤਾ ਪਰਚਾ ਤੇ ਲੈ ਜਾਓ ਕਹਿੰਦੇ ਨੇ। ਅੱਛਾ। ਹਾਂ ਉੱਥੇ ਲੈ ਕੇ ਆਏ ਲੋਕਾਂ 'ਚ, ਉਹਨਾਂ ਚਿਰ ਲੋਕ ਹਿੱਲੇ ਨਹੀਂ। ਕੁੜੀਆਂ ਮੇਰੇ ਨਾਲ ਜਿਹੜੀਆਂ ਛੋਟੀਆਂ, ਮਾਤਾ ਨਹੀਂ ਵੀ ਆਈ, ਮੁੰਡੇ ਉਹ ਰੋਣ। ਜਦੋਂ ਮੈਂ ਆ ਗਈ, ਜਦੋਂ ਮੈਂ ਫਤਿਹ ਬੁਲਾਈ, ਕਹਿੰਦੇ ਵੀ ਉਹ ਤਾਂ ਉੱਥੇ ਉਹ ਮੂਵੀ ਆ ਗਈ, ਵੀ ਉਹ ਤਾਂ ਇੰਨੇ ਤਸੱਦਦ ਕੀਤਾ ਤੇਰੇ ਤੇ, ਵੀ ਤੂੰ ਤਾਂ ਚੰਗੀ ਬੜੀਆਂ। ਮੈਂ ਕਿਹਾ ਮੈਂ ਤਾਂ ਚੰਗੀ ਬੜੀਆਂ, ਕੁਛ ਨਹੀਂ ਹੋਇਆ। ਪਰ ਦੂਜੇ ਦਿਨ ਭਾਈ ਆ ਸੁੱਜ ਗਏ ਤੇ ਇੰਨਾ ਤਸੱਦਰ ਹੋਇਆ ਤੀ। ਆ ਮਤਲਬ ਹੁਣ ਵੀ ਜਦੋਂ ਮੈਂ ਵੱਧ ਬੋਲ ਲੈਂਦੀ ਆ ਉਦੋਂ ਵੀ ਦਰਦ ਰਹਿੰਦਾ, ਬਰੀਕ ਨਾੜਾਂ ਮੜੀਆਂ ਗਈਆਂ ਡਾਕਟਰ ਕਹਿੰਦਾ। ਤੇ ਹਾਂ ਫਿਰ ਜੇਲ੍ਹ ਜਾਣ ਦਾ ਤੁਹਾਨੂੰ ਦੱਸਦੀ ਆ ਮੈਂ, ਜਿਹੜੇ ਤੁਸੀਂ ਕਹਿੰਦੇ ਹੋ ਵੀ ਆਪਾਂ ਬਲੈਕ ਕਰਕੇ ਨਾ ਜਾਈਏ, ਕੋਈ ਗਲਤ ਕੰਮ ਕਰਕੇ ਨਾ ਜਾਈਏ। ਇਹ ਤਾਂ ਭਗਤ ਸਿੰਘ ਹੋਰੀ ਵੀ ਜੇਲ੍ਹ ਗਏ ਸੀ, ਬੀਬੀ ਗੁਲਾਬ ਕੌਰ ਵੀ ਜੇਲ੍ਹ ਗਈ ਸੀ, ਹੈ ਨਾ। ਤੇ ਸਾਰਿਆਂ ਨੇ ਮਤਲਬ ਆਪਦੇ ਹੱਕਾਂ ਦੀ ਖਾਤਰ ਜਿਹੜਾ ਜਾਲ ਜਾਂਦਾ, ਉਹ ਤਾਂ ਫਖਰ ਦੀ ਗੱਲ ਹੈ। 2 ਵਾਰ ਮਤਲਬ ਮੇਰਾ ਬੀਪੀ ਚੈੱਕ ਕਰਨ ਵਾਸਤੇ ਆਏ, ਪਟਿਆਲਾ ਜੇਲ੍ਹ ਦੇ ਵਿੱਚ ਸੀਗੀ ਮੈਂ। ਦੋਨੇ ਵਾਰ ਉਹਨੇ ਮੁੰਡੇ ਨੇ, ਮੁੰਸੀ ਨੇ ਪੈਰੀਂ ਹੱਥ ਲਾਏ। ਜਿਹੜਾ ਮਤਲਬ ਜੇਲ੍ਹ ਦਾ ਉਹ ਸੀਗਾ, ਜਿੱਦੇ ਮੇਰੀ ਜਵਾਨਤ ਹੋਈ ਹੈ ਉਸ ਦਿਨ ਉਹ ਕਹਿੰਦਾ ਬੀਬੀ ਤੁਹਾਡੇ ਮਤਲਬ ਸੰਘਰਸ਼ ਨੂੰ ਬੂਰ ਪਊਗਾ ਤੇ ਸਾਡੀ ਮਜਬੂਰੀ ਆ ਤੁਹਾਨੂੰ ਫੜਨਾ। ਤੇ ਕਹਿੰਦਾ ਵੀ ਅਸੀਂ ਤੁਹਾਡਾ ਦਿਲੋਂ ਸਲੂਟ ਕਰਦੇ ਆ ਤੁਹਾਨੂੰ। ਉਹਨੇ ਵੀ ਉੱਠ ਕੇ ਪੈਰੀਂ ਹੱਥ ਲਾਏ ਜਿੱਦੇ ਮੈਂ ਜਵਾਨਤ ਹੋ ਕੇ ਆਈਆਂ। ਜਿਹੜੀ ਮਤਲਬ ਉਹ ਸੀ ਜੇਲ੍ਹ ਵਾਰਡਨ ਸੀ, ਉਹ ਕੱਬੀ ਬਹੁਤ ਸੀ।
ਉੱਥੇ ਮਤਲਬ ਕ੍ਰਿਮੀਨਲ ਲੋਕ ਹੁੰਦੇ ਆ ਜਿਹੜੇ ਨਾ, ਉਹ ਉੱਥੇ ਵੀ ਮਤਲਬ ਲੋਕਾਂ ਦਾ ਨਾ ਉਹ ਕਰਦੇ ਆ, ਮਤਲਬ ਸ਼ੋਸ਼ਣ ਕਰਦੇ ਆ ਲੋਕਾਂ ਦਾ। ਜਿਵੇਂ ਮਤਲਬ ਇੱਕ ਤੁਸੀਂ ਸੁਣਿਆ ਹੋਊਗਾ, ਲੁਧਿਆਣੇ ਦੇ ਵਿੱਚ ਇੱਕ ਵਪਾਰੀ ਦਾ ਮੁੰਡਾ, ਹੀਰਿਆਂ ਦੇ ਵਪਾਰੀ ਦਾ ਮੁੰਡਾ ਮਾਰਿਆ ਸੀ। ਉਹ ਲੇਡੀਜ਼ ਪਟਿਆਲੇ ਜੇਲ੍ਹ ਦੇ ਵਿੱਚ ਸੀ, ਉਹਦੇ ਮੁੰਡੇ ਤੇ ਉਹਨੂੰ, ਉਹਦੇ ਘਰ ਵਾਲੇ ਨੂੰ ਤਾਂ ਫਾਂਸੀ ਹੋਈ ਸੀ ਵੀ ਜੀ, ਤੇ ਉਹ ਲੇਡੀਜ਼ ਨੂੰ ਮਤਲਬ ਉਮਰ ਕੈਦ ਹੋਈ ਵੀ ਸੀ। ਉਹ ਉੱਥੇ ਚੌਧਰ ਕਰ ਰਹੀ ਸੀ। ਮੈਂ ਚਲੀ ਗਈ ਤੇ ਮੈਨੂੰ ਜਾ ਕੇ ਮਤਲਬ ਉਹਨਾਂ ਨੇ ਇੱਕ ਭੂਰਾ ਦੇਤਾ, ਉਹ ਕੰਡੇ ਜੇ ਨਹੀਂ ਚੁੱਭਦੇ ਹੁੰਦੇ, ਉਹ ਪੂਰਾ ਉਹ ਪਾਟਿਆ ਜਾ, ਮੈਂ ਚੱਕ ਕੇ ਪਰੇ ਧਰਤਾ। ਉਹ ਕਹਿੰਦੀ, ਉਹ ਕੁੜੀਆਂ ਮੈਨੂੰ ਕਹਿੰਦੀਆਂ ਤੂੰ ਸੌਵੇਂਗੀ, ਯੂਨੀਵਰਸਿਟੀ ਚੋਂ ਮਤਲਬ ਫੜ ਕੇ ਲਿਆਂਦੀਆਂ ਵੀਆਂ ਕੁੜੀਆਂ। ਉਹ ਕਹਿੰਦੀਆਂ ਆਂਟੀ ਤੂੰ ਸੌਵੇਂਗੀ ਕਿਵੇਂ? ਮੈਂ ਕਿਹਾ ਮੇਰੇ ਕੋਲ ਪਰਸ ਹੈਗਾ, ਇਹਦੇ ਵਿੱਚ ਕੋਲਗੇਟ ਸਾਰਾ ਕੁਝ ਰੱਖਿਆ ਹੁੰਦਾ ਮੇਰਾ, ਵੀ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਇਹਦਾ ਸਰਾਣਾ ਲਾ ਕੇ ਮੈਂ ਫਰਸ਼ ਤੇ ਸੌਂਗੀ। ਥੱਕੀ ਵੀ ਸੀ ਦਿਨ ਦੀ, ਵੱਧ ਮਤਲਬ ਹੋਇਆ ਸੀ, ਸੌਂਗੀ। ਸੌਂ ਕੇ ਜਦੋਂ ਮੈਂ 5 ਵਜੇ ਤੜਕੇ ਉੱਠੀ, ਆਪਾਂ ਨਹਾਤੇ, ਵਾਹਿਗੁਰੂ ਦਾ ਨਾਮ ਲਿਆ, ਪਾਠ ਕੀਤਾ, ਤੇ ਜਣੀ ਉਹ ਤੜਫ ਗਈਆਂ ਸਾਰੀਆਂ। ਤੇ ਜਦੋਂ ਉਹ ਜੇਲ੍ਹ ਵਾਰਡਨ 8 ਵਜੇ ਆਈ, ਉਹ ਲੇਡੀਜ਼ ਨੇ ਬਾਹਰ ਖੋਲਿਆ, ਕਹਿੰਦੀ ਇੱਕ ਨਾ ਧਰਨੇ ਵਾਲੀ ਆਈ ਆ ਮੈਡਮ, ਕਹਿੰਦੀ ਉਹ ਨਾ ਮਤਲਬ ਉਹ ਪੂਰਾ ਨਹੀਂ ਲਿਆ ਤੁਹਾਡਾ ਦਿੱਤਾ ਵਾ, ਕਹਿੰਦੀ ਸਾਰੀ ਰਾਤ ਮੌਜ ਨਾਲ ਸੁੱਤੀ ਰਹੀ, ਘਰਾੜੇ ਮਾਰੀ ਗਈ। ਕਹਿੰਦੀ ਵੀ ਉਹਨੂੰ ਕੋਈ ਫਿਕਰ ਵੀ ਨਹੀਂ ਹੈਗਾ। ਤੇ ਮੈਂ ਮਤਲਬ ਬਾਲ ਸਕਾਈ ਜਾਂਦੀ ਸੀ, ਬਰਾਂਡੇ ਜੇ 'ਚ ਖੜੀ ਸੀ, ਜਿਹੜੀਆਂ ਉਹ ਬੈਰਕਾਂ ਹੁੰਦੀਆਂ ਨੇ, ਤੇ ਉਹ ਐਂ ਕੰਧ ਜੀ ਕਰੀ ਵੀ, ਉਹ ਨਾ ਸਾਹਮਣੇ ਹੋ ਕੇ ਕਹਿੰਦੀ ਆ, ਕਹਿੰਦੀ ਮੈਂ ਪੂਸ ਨੂੰ ਲਾਉਣੀ ਆ ਅੱਗ ਧਰਨੇ ਵਾਲੀ ਦੀ ਨੂੰ। ਤੇ ਜਦੋਂ ਮੇਰੇ ਸਾਹਮਣੇ ਹੋਈ, ਉਹ ਇੱਕ ਤਾਂ ਐਂ ਤੰਦਕ ਗਈ ਕੱਦ ਦੇਖ ਕੇ, ਉਹ ਅੱਡੀ ਕ, ਤੇ ਮੁੜ ਕੇ ਮੈਨੂੰ ਕਹਿੰਦੀ, ਮੈਂ ਕਿਹਾ ਮੈਡਮ ਜੀ ਸਤਿ ਸ੍ਰੀ ਅਕਾਲ। ਕਹਿੰਦੀ ਸਤਿ ਸ੍ਰੀ ਅਕਾਲ। ਤੇ ਮੈਂ ਕਿਹਾ ਮੈਡਮ ਤੁਸੀਂ ਮੇਰੀ ਪੂਸ ਨੂੰ ਕੀ ਅੱਗ ਲਾਉਂਗੇ? ਮੇਰੀ ਤਾਂ ਮੈਂ ਕਿਹਾ ਪੂਸ ਸੁਣ ਲਿਆ ਸੀ। ਹਾਂਜੀ, ਮੈਂ ਕਿਹਾ ਮੇਰੀ ਪੂਸ ਨੂੰ ਤਾਂ ਪਹਿਲਾਂ ਹੀ ਹਨੂਮਾਨ ਵਾਂਗੂ ਅੱਗ ਲੱਗੀ ਵੀ ਆ ਲੋਕਾਂ ਲਈ ਲੜਨ ਦੀ ਖਾਤਰ। ਨਹੀਂ ਭੈਣੇ, ਕਹਿੰਦੀ ਤੂੰ ਤਾਂ ਮੇਰੀ ਭੂਆ ਵਰਗੀ ਆ। 8 ਦਿਨ ਮਤਲਬ ਮੈਂ ਉੱਥੇ ਰਹੀ ਜੀ। 8 ਦਿਨ ਉਹਨਾਂ ਨੇ ਮੇਰੀ ਇੰਨਾ ਆਦਰ ਕਰਿਆ, ਮਤਲਬ ਨਾਲ ਦੇ ਠੰਡੇ, ਨਾਲ ਦਾ ਆਪਦੇ ਕੋਲੇ ਬਿਠਾ ਕੇ ਰੱਖਿਆ। ਕਹਿੰਦੀ ਭੈਣ ਬਣ ਕੇ ਆ ਕੁੜੀਆਂ ਨੂੰ ਕੰਮ ਕਰਨੋਂ ਨਾ ਹਟਾ ਜੀ, ਮੇਰੀਆਂ ਨੂੰ ਜਿਹੜੀਆਂ ਜੇਲ੍ਹ 'ਚ ਨੇ ਇਹਨਾਂ ਦਾ ਐਜੀਟੇਸ਼ਨ ਸ਼ੁਰੂ ਕਰ ਦੇਣਾ। ਹਾਂਜੀ, ਨਹੀਂ ਮੈਂ ਉਹ ਕੁੜੀਆਂ ਨੂੰ ਦੱਸਿਆ ਹੀ, ਉਹਨਾਂ ਨੂੰ ਯੂਨੀਵਰਸਿਟੀ ਵਾਲਿਆਂ ਨੂੰ, ਬਈ ਕੱਚੇ ਕੈਦੀ ਨੇ ਜਿਹੜੇ ਉਹ ਕੰਮ ਨਹੀਂ ਕਰਦੇ ਹੁੰਦੇ, ਉਹਨਾਂ ਤੋਂ ਕੰਮ ਕਰਵਾ, ਪਤਾ ਨਹੀਂ ਸੀ। ਉਹ ਲੇਡੀਜ਼ ਜਿਹੜੀਆਂ ਕ੍ਰਿਮੀਨਲ ਸੀਗੀਆਂ, ਉਹ ਕੁੜੀਆਂ ਤੋਂ ਮਤਲਬ ਕੰਮ ਕਰਵਾਉਂਦੀਆਂ ਸੀ, ਉਹ ਹਟ ਗਈਆਂ। ਮੈਂ ਕਿਹਾ ਇਹਨਾਂ ਦਾ ਲਿਖਿਆ ਵਾ, ਜੋ ਮੈਂ ਕਿਹਾ ਮੈਂ ਬੋਰਡ ਦਿਖਾਵਾਂ ਅੰਦਰ ਉਹਦੇ ਮੈਡਮ ਦੇ ਕਮਰੇ 'ਚ, ਵੀ ਕੱਚੇ ਕੈਦੀਆਂ ਦਾ ਉਹ ਨਹੀਂ। ਉਹਨਾਂ ਨੂੰ ਉੱਥੇ ਵੀ ਦੱਸਿਆ ਜੀ ਵੀ ਹੱਕ ਕਿਵੇਂ ਲੈਣੇ ਆ ਜੇਲ੍ਹ 'ਚ ਵੀ। ਬਹੁਤ ਕਮਾਲ ਗੱਲ ਹੈ, ਔਰ ਇਹ ਬਹੁਤ ਘੱਟ ਹੁੰਦਾ। ਹਾਂਜੀ, ਰੈਸਪੀ ਇਹ ਵੀ ਗਏ ਆ, ਇਹ ਪਟਿਆਲੇ ਰੈਸਪੀ ਵੀ ਲਿਖੀ ਵੀ ਹੈ ਜੀ ਜੇਲ੍ਹ 'ਚ। ਹਾਂਜੀ, ਬਹੁਤ ਕਮਾਲ ਗੱਲ ਹੈ ਕਿ ਬਹੁਤ ਘੱਟ ਹੁੰਦਾ ਹੈ ਕਿ ਐਸੇ ਲੋਕਾਂ ਦੇ ਨਾਲ ਤੁਹਾਡਾ ਰਾਬਤਾ ਹੋਵੇ, ਔਰ ਇਹ ਅਸਲ ਨਾਇਕ ਨੇ ਸਾਡੇ। ਜਦੋਂ ਤੁਸੀਂ ਦੇਖੋ ਕਿ ਸੰਘਰਸ਼ ਲੜਨੇ, ਜ਼ਿੰਦਗੀਆਂ ਨਿਕਲ ਜਾਂਦੀਆਂ, ਇਹ ਆਪਣੇ ਖਾਤਰ ਨਹੀਂ ਕਰ ਰਹੇ, ਸ਼ਾਇਦ ਇਹਨਾਂ ਨੂੰ ਆਪਣੇ ਵਾਸਤੇ ਨਹੀਂ ਲੋੜ ਹੈਗੀ, ਆਪਣੀ ਜੀਵਨ ਵਧੀਆ ਨਿਕਲਿਆ, ਆਪਣਾ ਜੀਵਨ ਵਧੀਆ ਕੱਟਿਆ, ਪਰ ਬਾਕੀ ਸਾਥੀਆਂ ਦੇ ਨਾਲ ਖੜ ਕੇ ਅੱਜ ਜਦੋਂ ਲੜਾਈ ਲੜ ਰਹੇ, ਔਰ ਇਹ तमाम ਗੱਲਾਂ ਨੇ। ਪ੍ਰਧਾਨ ਮੰਤਰੀ ਦਾ ਜਦੋਂ ਇਸ ਕਦਰ ਵਿਰੋਧ ਕੀਤਾ ਤਾਂ ਕੁਝ ਵੀ ਹੋ ਸਕਦਾ ਹੈ, ਉੱਥੇ ਗੋਲੀ ਵੀ ਵੱਜ ਸਕਦੀ ਸੀ, ਬਿਲਕੁਲ ਠੀਕ ਕਹਿ ਰਹੇ ਸੀ ਇਹ, ਪਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸੋ ਐਸੇ ਲੋਕਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ, ਸਾਨੂੰ ਸਲਾਮ ਕਹਿਣਾ ਚਾਹੀਦਾ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ